ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਅਸਤੀਫਾ ਦੇਣ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਆਖਿਰ ਇਹ ਦਬਾਅ ਬਣਾਇਆ ਕਿਸ ਵੱਲੋਂ ਜਾ ਰਿਹਾ ਹੈ, ਕਿਸ ਸੰਦਰਭ ਦੇ ਵਿੱਚ ਬਣਾਇਆ ਜਾ ਰਿਹਾ ਤੇ ਕਿਉਂ ਬਣਾਇਆ ਜਾ ਰਿਹਾ ਹੈ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਵਿਸ਼ੇਸ਼ ਇਜਲਾਸ ਦੀ। ਲੋਕ ਸਭਾ ਦਾ ਵਿਸ਼ੇਸ਼ ਜੋ ਇਜਲਾਸ ਹੋਣਾ ਹੈ ਉਸ ਦਾ ਏਜੰਡਾ ਸਾਹਮਣੇ ਆ ਚੁੱਕਾ ਹੈ। ਏਜੰਡੇ ਦੇ ਵਿੱਚ ਕੀ ਕੁਝ ਹੈ, ਕਿਹੜੇ ਬਿੱਲ ਨੇ ਜਿਹੜੇ ਪੇਸ਼ ਹੋ ਸਕਦੇ ਨੇ ਤੇ ਕਿਹੜੇ ਬਿੱਲਾਂ ਦੇ ਉੱਪਰ ਮੋਹਰ ਲੱਗ ਸਕਦੀ ਹੈ, ਗੱਲਬਾਤ ਉਸ ਦੇ ਉੱਪਰ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਵਿਰੋਧੀ ਦਲਾਂ ਦੇ ਗਠਜੋੜ ਦੀ ਹੋਈ ਮੀਟਿੰਗ ਦੀ, ਜਾਣੀ ਕਿ ਇੰਡੀਆ ਅਲਾਇੰਸ ਦੀ ਮੀਟਿੰਗ ਦੀ। ਇਸ ਮੀਟਿੰਗ ਦੇ ਵਿੱਚ ਆਖਰ ਕਿੰਨਾ ਗੱਲਾਂ ਦੇ ਉੱਪਰ ਚਰਚਾ ਹੋਈ ਹੈ, ਕਿ ਸੀਟ ਸ਼ੇਅਰਿੰਗ ਤੇ ਕੋਈ ਚਰਚਾ ਹੋਈ ਹੈ, ਕਿ ਸੀਟ ਸ਼ੇਅਰਿੰਗ ਦੇ ਉੱਪਰ ਕੋਈ ਸਹਿਮਤੀ ਬਣੀ ਹੈ ਤੇ ਕਿਹੜੀਆਂ ਗੱਲਾਂ ਦੇ ਉੱਪਰ ਸਹਿਮਤੀ ਬਣਦੀ ਨਜ਼ਰ ਆਈ ਹੈ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ, ਜਿਨ੍ਹਾਂ ਦੇ ਵੱਲੋਂ ਇੱਕ ਅਹਿਮ ਪ੍ਰਸਤਾਵ ਸਰਕਾਰ ਦੇ ਕੋਲ ਭੇਜਿਆ ਗਿਆ ਹੈ। ਪ੍ਰਸਤਾਵ ਦੇ ਵਿੱਚ ਕੀ ਕੁਝ, ਕਿਹੜੀਆਂ ਮੰਗਾਂ ਦੀ ਗੱਲ ਕੀਤੀ ਗਈ ਹੈ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਜਿਉਂ-ਜਿਉਂ ਇਲੈਕਸ਼ਨ 2024 ਦੀ ਨੇੜੇ ਆ ਰਹੀ ਹੈ, ਚਹਿਲ ਕਦਮੀ ਦੇ ਨਾਲ ਗਰਮਾਹਟ ਭਰਦੀ ਨਜ਼ਰ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਜਿੱਥੇ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡੀ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਕਾਂਗਰਸ ਦੇ ਵਿੱਚ ਵੀ ਹਲਚਲ ਤੇਜ਼ ਹੋਈ ਹੈ। ਚਰਚਾਵਾਂ ਇੱਥੋਂ ਤੱਕ ਨੇ ਕਿ ਅਸਤੀਫੇ ਦੀ ਗੱਲ ਹੋ ਰਹੀ ਹੈ। ਅਸਤੀਫਾ ਵੀ ਕਿਹਦਾ? ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਧਾਨ ਰਾਜਾ ਵੜਿੰਗ ਦਾ। ਆਖਰ ਇਹ ਚਰਚਾ ਹੈ ਕਿ ਕਿਹਦੇ ਵੱਲੋਂ ਇਹ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ, ਕਿਸ ਸੰਦਰਭ ਦੇ ਵਿੱਚ ਹੁਣ ਇਹਨਾਂ ਦੋ ਵੱਡੇ ਲੀਡਰਾਂ ਦੇ ਅਸਤੀਫਿਆਂ ਦੀ ਗੱਲ ਸਾਹਮਣੇ ਆ ਰਹੀ ਹੈ, ਪੂਰਾ ਮਾਮਲਾ ਕੀ ਹੈ? ਮਾਨ ਸਾਹਿਬ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਬੀਤੇ ਲੰਮੇ ਸਮੇਂ ਤੋਂ ਵਾਦ ਵਿਵਾਦ ਜਿਹੜਾ ਚੱਲਦਾ ਪਿਆ। ਕਾਂਗਰਸ ਦੀ ਪੰਜਾਬ ਦੀ ਜਿਹੜੀ ਇਕਾਈ ਆ, ਇਸ ਗੱਠਜੋੜ ਦੇ ਖਿਲਾਫ ਆਪਣੇ ਬਿਆਨ ਜਿਹੜੇ ਉਹ ਦਰਜ ਕਰਾ ਚੁੱਕੀ ਹੈ ਔਰ ਬਕਾਇਦਾ ਤੌਰ ਤੇ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਕਾਂਗਰਸ ਵੱਲੋਂ ਉਹ ਜਾਰੀ ਹੈਗਾ। ਬੀਤੇ ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜਿੰਗ ਵੱਲੋਂ ਬਕਾਇਦਾ ਤੌਰ ਤੇ ਇੱਕ ਮੀਟਿੰਗ ਜਿਹੜੀ ਕੀਤੀ ਗਈ। ਮੀਟਿੰਗ ਦੇ ਵਿੱਚ ਵਰਕਰ ਵੀ, ਕਾਂਗਰਸ ਦੇ ਵਰਕਰ ਸ਼ਾਮਲ ਹੋਏ ਔਰ ਨਾਲ ਹੀ ਨਾਲ ਜਿਹੜੇ ਕਈ ਸਾਬਕਾ ਮੰਤਰੀ ਔਰ ਸਾਬਕਾ ਵਿਧਾਇਕ ਉਹਦੇ ਵਿੱਚ ਮੀਟਿੰਗ ਸਨ। ਤੇ ਸਾਰਿਆਂ ਦੀ ਇੰਨੀ ਗੱਲ ਕਹੀ ਸੀ ਕਿ ਹਾਂ ਭਾਈ, ਜੇਕਰ ਗੱਠਜੋੜ ਹੁੰਦਾ ਤਾਂ ਫਿਰ ਅਸੀਂ ਅਸਤੀਫੇ ਤੱਕ ਵੀ ਦੇ ਦੇਵਾਂਗੇ। ਪ੍ਰਤਾਪ ਸਿੰਘ ਬਾਜਵਾ ਦੇ ਇਸ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਠਜੋੜ ਦੇ ਸੰਬੰਧੀ ਬੜੇ ਤਿੱਖੇ ਸੁਰ ਜਿਹੜੇ ਉਹ ਵੀ ਸਾਹਮਣੇ ਆਏ। ਰਾਜਾ ਵੜਿੰਗ ਨੇ ਵੀ ਇਹ ਗੱਲ ਕਹੀ ਕਿ ਅਸੀਂ ਆਪਣੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹਾਈਕਮਾਨ ਤੱਕ ਜਿਹੜੀਆਂ ਪਹੁੰਚਾ ਦਿੱਤੀਆਂ ਨੇ। ਸੋ ਕਿਉਂਕਿ ਕਾਂਗਰਸ ਦੀ ਜਿਹੜੀ ਪੰਜਾਬ ਦੀ ਇਕਾਈ ਹੈ ਕਿਸੇ ਵੀ ਸੂਰਤ ਵਿੱਚ ਗੱਠਜੋੜ ਦੇ ਹੱਕ ਵਿੱਚ ਨਜ਼ਰ ਨਹੀਂ ਆਉਂਦੀ। ਜੇਕਰ ਹਾਈਕਮਾਨ ਇਹਨਾਂ ਦੇ ਉਲਟ ਜਾ ਕੇ ਕੋਈ ਫੈਸਲਾ ਸਾਡੀਆਂ ਇੱਛਾਵਾਂ ਜਾਂ ਵਰਕਰਾਂ ਦੀ ਇੱਛਾਵਾਂ ਦੇ ਉਲਟ ਜਾ ਕੇ ਫੈਸਲਾ ਕਰਦੀ ਹੈ ਤਾਂ ਅਸੀਂ ਅਸਤੀਫੇ ਤੱਕ ਵੀ ਦੇ ਦੇਵਾਂਗੇ। ਇਹ ਬੀਤੇ ਦਿਨ 'ਚ ਕਾਫੀ ਕੁਝ ਵਾਦ ਵਿਵਾਦ ਜਿਹੜਾ ਚੱਲਦਾ ਰਿਹਾ। ਰਾਜਾ ਵੜਿੰਗ ਦਾ ਵੀ ਇਸ ਸੰਦਰਭ ਵਿੱਚ ਇਹੋ ਜਿਹਾ ਬਿਆਨ ਆਇਆ। ਪਰ ਫਿਰ ਜਿਸ ਦਿਨ ਭਗਵੰਤ ਸਿੰਘ ਮਾਨ ਨੇ ਇੱਕ ਦਿਨ ਨਿਯੁਕਤੀ ਪੱਤਰ ਵੰਡਦਿਆਂ ਕੋਈ ਰਾਜਸਥਾਨ ਦੀਆਂ ਬੱਸਾਂ ਦੀ ਗੱਲ ਕੀਤੀ ਤਾਂ ਰਾਜਾ ਵੜਿੰਗ ਦੇ ਉਸੇ ਵਕਤ ਜਿਹੜੇ ਸੁਰ ਜਿਹੜੇ ਉਹ ਬਦਲ ਗਏ। ਕਹਿੰਦੇ ਠੀਕ ਆ ਜੀ, ਕਾਂਗਰਸ ਹਾਈਕਮਾਨ ਦਾ ਜਿਹੜਾ ਫੈਸਲਾ ਉਹ ਮਨਜ਼ੂਰ ਹੋਏਗਾ, ਜੋ ਵੀ ਗੱਲ ਕਰਨਗੇ। ਤੇ ਉਦੋਂ ਦੇ ਹੀ ਪ੍ਰਤਾਪ ਸਿੰਘ ਬਾਜਵਾ ਦੇ ਵੀ ਬੋਲ ਜਿਹੜੇ ਆ ਉਹ ਸੁਣਨ 'ਚ ਨਹੀਂ ਮਿਲੇ। ਉਹ ਵੀ ਸੁਰ ਜਿਹੜੇ ਨੇ ਹਾਈਕਮਾਨ ਦੀ ਲੱਗਦਾ ਜੋ ਸਾਹਮਣੇ ਆਇਆ ਕਿ ਹਾਈਕਮਾਨ ਦੀ ਧਮਕੀ ਤੋਂ ਬਾਅਦ ਜਾਂ ਹਾਈਕਮਾਨ ਵੱਲੋਂ ਕਹਿਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵੀ ਇਸ ਵੇਲੇ ਚੁੱਪ ਨੇ। ਖੈਰ, ਇਹ ਤੇ ਗੱਲਾਂ ਉਹਦੀ ਜਿਹੜੀਆਂ ਜਾਇਜ਼ ਨੇ। ਹੁਣ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬੜਾ ਵੱਡਾ ਧਮਾਕਾ ਜਿਹੜਾ ਹੁੰਦਾ, ਲੁਧਿਆਣਾ ਤੋਂ ਲੋਕ ਸਭਾ ਦੇ ਜਿਹੜੇ ਮੈਂਬਰ, ਸੰਸਦ ਮੈਂਬਰ ਨੇ ਰਵਨੀਤ ਸਿੰਘ ਬਿੱਟੂ, ਉਹਨਾਂ ਦਾ ਇੱਕ ਬਿਆਨ ਜਿਹੜਾ ਸਾਹਮਣੇ ਆਉਂਦਾ। ਅੱਛਾ, ਉਹ ਬਿਆਨ ਕੀ ਆ? ਪਰ ਉਸ ਦੇ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਪੰਜਾਬ ਕਾਂਗਰਸ ਇਸ ਵੇਲੇ ਫਿਰ ਦੋ ਫਾੜ ਤੇ ਚਲੋ ਕਈ ਫਾੜ ਜਿਹੜੀ ਹੋ ਚੁੱਕੀ ਆ। ਪਰ ਜਿਸ ਤਰੀਕੇ ਨਾਲ ਰਵਨੀਤ ਸਿੰਘ ਬਿੱਟੂ ਰਾਜਾ ਵੜਿੰਗ ਤੇ ਔਰ ਪ੍ਰਤਾਪ ਸਿੰਘ ਬਾਜਵਾ ਤੇ ਵਰੇ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਇਹਨਾਂ ਨੂੰ ਆੜੇ ਹੱਥੀ ਲੈਂਦੇ ਹੱਥੋਂ ਤੱਕ ਕਿਹਾ ਕਿ ਜਿਹੜੇ ਤੁਸੀਂ ਅਹੁਦਿਆਂ ਦਾ ਆਨੰਦ ਮਾਣਦੇ ਪਏ ਜੇ, ਇਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਦੀ ਬਦੌਲਤ ਹੀ ਹੈ। ਔਰ ਨਾਲ ਹੀ ਉਹਨੇ ਇਹ ਵੀ ਗੱਲ ਕੀਤੀ ਕਿ ਜੇਕਰ ਮੈਂ ਲੋਕ ਸਭਾ ਦਾ ਮੈਂਬਰ ਲੁਧਿਆਣਾ ਤੋਂ ਤਾਂ ਇਹ ਮੇਰੀ ਕੋਈ ਅਹਿਮ ਪ੍ਰਾਪਤੀ ਨਹੀਂ, ਬਲਕਿ ਕਾਂਗਰਸ ਵੱਲੋਂ ਹੀ ਮੈਨੂੰ ਇਹ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ ਉਹਦੇ ਆਧਾਰ ਤੇ ਆ। ਫਿਰ ਅਸੀਂ ਕੌਣ ਹੁੰਦੇ ਆ ਕਿ ਕਾਂਗਰਸ ਹਾਈਕਮਾਨ ਦੇ ਫੈਸਲਿਆਂ ਦਾ ਵਿਰੋਧ ਕਰਨ ਵਾਲੇ? ਤੇ ਠੀਕ ਆ, ਕਹਿੰਦੇ ਜੇ ਫਿਰ ਤੁਸੀਂ ਵਿਰੋਧ ਕਰਨਾ ਤਾਂ ਫਿਰ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਲਾਈਨ ਤੇ ਹੋ ਜਾਓ। ਸੋ ਆਪਣੇ ਆਪ ਦੇ ਵਿੱਚ ਇਹ ਇੱਕ ਬੜਾ ਵੱਡਾ ਬਿਆਨ ਜਿਹੜਾ ਆ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤਾ ਗਿਆ। ਔਰ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਦਾ ਇਹ ਵੀ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੀਟਾਂ ਨੂੰ ਲੈ ਕੇ ਜਿਹੜਾ ਸਮਝੌਤਾ ਆ ਉਹ ਹੋ ਚੁੱਕਾ।
ਹੁਣ ਬਿੱਟੂ ਰਮਨੀਤ ਸਿੰਘ ਬਿੱਟੂ ਦੀ ਜਿਹੜੀ ਪੋਜੀਸ਼ਨ ਹੈ ਜਾਂ ਕਿਹੜੀ ਨਹੀਂ ਹੈਗੀ ਇੱਕ ਅਲੱਗ ਵਿਸ਼ਾ, ਪਰ ਜੇਕਰ ਉਹ ਲੋਕ ਸਭਾ ਬਤੌਰ ਮੈਂਬਰ ਤੇ ਏਡਾ ਵੱਡਾ ਬਿਆਨ ਜਿਹੜਾ ਉਹ ਦੇ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਹੀ ਬੜੀ ਅਹਿਮੀਅਤ ਜਿਹੜੀ ਰੱਖਦਾ, ਕਿਉਂਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਵੀ ਇਸ ਗੱਠਜੋੜ ਦੀ ਹਮਾਇਤ ਕਰ ਚੁੱਕੇ ਆ, ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਸੰਬੰਧ ਵਿੱਚ ਇਹ ਬਿਆਨ ਜਿਹੜਾ ਕਿਹਾ ਸੀ, ਤੇ ਹੁਣ ਰਮਨੀਤ ਸਿੰਘ ਬਿੱਟੂ ਦਾ ਇਹ ਬਿਆਨ ਆਉਣਾ ਆਪਣੇ ਆਪ ਦੇ ਵਿੱਚ ਹੀ ਕਾਂਗਰਸ ਦੀ ਉਸ ਸਥਿਤੀ ਨੂੰ ਦਰਸਾਉਂਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਇਸ ਵੇਲੇ ਦੋ ਫਾੜ ਨਹੀਂ ਬਲਕਿ ਕਈ ਫਾੜ ਜਿਹੜੇ ਆ ਉਹ ਨਜ਼ਰ ਆ ਰਹੇ ਆ। ਪ੍ਰਤਾਪ ਸਿੰਘ ਬਾਜਵਾ ਅਲੱਗ ਸੁਰ ਅਲਾਪਦੇ ਆ, ਰਾਜਾ ਬਣੀ ਹੁਣ ਚੋਪਣੀ। ਸਭ ਤੋਂ ਜ਼ਿਆਦਾ ਬੀਤੇ ਦਿਨਾਂ 'ਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਠਜੋੜ ਨੂੰ ਲੈ ਕੇ ਬੜੇ ਤਿੱਖੇ ਜਿਹੜੇ ਬਿਆਨ ਦਿੱਤੇ। ਈਵਨ ਕਿ ਦਿੱਲੀ ਆਰਡੀਨੈਂਸ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਦੇ ਇਹ ਬਿਆਨ ਆਏ ਸੀ ਕਿ ਅਸੀਂ ਬਿਲਕੁਲ ਉਸ ਆਰਡੀਨੈਂਸ ਦਾ ਸਮਰਥਨ ਨਹੀਂ ਕਰਦਾ, ਪਰ ਕਾਂਗਰਸ ਹਾਈਕਮਾਨ ਨੇ ਇਹਨਾਂ ਤੋਂ ਸਭ ਤੋਂ ਉਲਟ ਜਾ ਕੇ ਜਿਹੜਾ ਉਹ ਸਮਰਥਨ ਕੀਤਾ। ਅਤੇ ਹੁਣ ਵੀ ਸਥਿਤੀਆਂ ਜਿਹੜੀਆਂ ਅਲੱਗ ਇਹੋ ਜਿਹੀਆਂ ਜਿਹੜੀਆਂ ਬਣੀਆਂ ਨੇ। ਹੁਣ ਜਿਸ ਤਰੀਕੇ ਨਾਲ ਪਹਿਲਾਂ ਇਹ ਵਿਰੋਧ ਕਰ ਰਹੇ ਸੀ, ਹੁਣ ਬਿਲਕੁਲ ਚੁੱਪ ਆ। ਦੂਜੀ ਗੱਲ, ਇੱਕ ਗੱਲ ਇਹ ਵੀ ਕਰਨ ਬਣਦੀ ਹੈ ਕਿ ਕੱਲ ਅੰਮ੍ਰਿਤਸਰ 'ਚ ਜਦੋਂ ਰੈਲੀ ਆਮ ਆਦਮੀ ਪਾਰਟੀ ਦੀ ਹੋ ਰਹੀ ਸੀ, ਉੱਥੇ ਕਾਂਗਰਸ ਪਾਰਟੀ ਦੇ ਸੰਬੰਧੀ ਜਾਂ ਇਸ ਗੱਠਜੋੜ ਨੂੰ ਲੈ ਕੇ ਕੋਈ ਵੀ ਬਿਆਨ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਨਹੀਂ ਦਿੱਤਾ ਗਿਆ। ਕਹਿਣ ਦਾ ਅਰਥ ਹੈ ਕਿ ਬਹੁਤ ਕੁਝ ਪਰਦੇ ਦੇ ਪਿੱਛੇ ਸਭ ਕੁਝ ਤੈਅ ਜਿਹੜਾ ਹੋ ਚੁੱਕਾ। ਔਰ ਇਹਦਾ ਇਸ਼ਾਰਾ ਕਿਉਂ, ਇਸ ਦਾ ਤਾਂ ਸਾਫ਼ ਪਰਦਾ ਜਿਹੜਾ ਚੁੱਕਦੇ ਹੋਏ ਰਮਨੀਤ ਸਿੰਘ ਬਿੱਟੂ ਨੇ ਵੀ ਸਾਰੀ ਸਥਿਤੀ ਜਿਹੜੀ ਉਹ ਸਪਸ਼ਟ ਕਰ ਦਿੱਤੀ ਹੈ। ਤਾਂ ਮਾਨ ਸਾਹਿਬ, ਹੁਣ ਸਥਿਤੀਆਂ ਇਹ ਨੇ ਕਿ ਹੁਣ ਇਹ ਪ੍ਰਤਾਪ ਸਿੰਘ ਬਾਜਵਾ ਦੀ ਹੁਣ ਅਹਿਮ ਭੂਮਿਕਾ ਕੀ ਹੋਏਗੀ, ਤੇ ਦੂਜੇ ਪਾਸੇ ਉਹ ਜਿਹੜੇ ਸਾਬਕਾ ਮੰਤਰੀ ਸਨ ਜਿਹੜੇ ਕਹਿੰਦੇ ਸੀ ਕਿ ਫਿਰ ਸਾਨੂੰ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਇਲਾਵਾ ਹੋਰ ਕੋਈ ਚਾਰਾ ਨਹੀਂ, ਭਾਜਪਾ 'ਚ ਸ਼ਾਮਲ ਹੋ ਜਾਣਗੇ। ਹੁਣ ਇਹ ਵੇਖਣਾ ਹੋਵੇਗਾ ਕਿ ਇਸ ਐਲਾਨ ਤੋਂ ਬਾਅਦ ਕੀ ਅਸਤੀਫਿਆਂ ਦੀ ਝੜੀ ਲੱਗਦੀ ਹੈ, ਤੇ ਜਾਂ ਫਿਰ ਚੁੱਪ ਕਰਕੇ ਸਾਰੇ ਇੰਨੀ ਗੱਲ ਕਹਿ ਦੇਣਗੇ ਠੀਕ ਹੈ ਜੀ ਮਜਬੂਰੀ, ਕਿਉਂਕਿ ਰਾਜਨੀਤਿਕ ਲੋਕਾਂ ਦਾ ਕੋਈ ਆਧਾਰ ਨਹੀਂ ਹੁੰਦਾ, ਕੋਈ ਇਹਨਾਂ ਦਾ ਸਟੈਂਡ ਨਹੀਂ ਹੁੰਦਾ। ਤੁਸੀਂ ਵੇਖਿਓ ਇਹੋ ਲੋਕਾਂ ਨੇ ਜਿਹੜੇ ਉਦਣ ਇੰਨੀਆਂ ਬਾਹਾਂ ਚੁੱਕ ਕੇ ਇੰਨੀਆਂ ਗੱਲ ਕਹਿ ਰਹੇ ਸਨ ਅਸੀਂ ਅਸਤੀਫਾ ਦੇ ਦਾਂਗੇ, ਇਹ ਕਰ ਦਾਂਗੇ, ਹੁਣ ਉਹਨਾਂ ਨੇ ਇਹੋ ਕਹਿਣੇ ਕਿ ਨਹੀਂ, ਇਹ ਵੱਡੇ ਕਾਜ ਵਾਸਤੇ ਕੁਰਬਾਨੀ ਜਿਹੜੀ ਦੇਣੀ ਪੈਂਦੀ ਆ। ਠੀਕ ਆ, ਅਸੀਂ ਕਾਂਗਰਸ ਹਾਈਕਮਾਨ ਦੇ ਫੈਸਲੇ ਨੂੰ ਮੰਨਣ ਦੇ ਪਾਬੰਦ ਹਾਂ। ਇਹ ਵਿਰੋਧੀ ਧਿਰ ਦੇ ਵੀ ਨੇਤਾ ਦਾ ਬਿਆਨ ਆ ਸਕਦਾ, ਬਾਕੀਆਂ ਦੇ ਵੀ ਬਿਆਨ ਇਹੋ ਜਿਹੇ ਆਉਣਗੇ। ਤੋਂ ਮਾਨ ਸਾਹਿਬ, ਗੱਲ ਇਹ ਹੈਗੀ ਆ ਕਿ ਜੇਕਰ ਰਮਨੀਤ ਸਿੰਘ ਬਿੱਟੂ ਦਾ ਇਹ ਵੀ ਕਿਹਾ ਕਿ ਵਰਕਰਾਂ ਨੂੰ ਗੁੰਮਰਾਹ ਨਾ ਕਰੋ, ਹਾਂ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ, ਮੈਂ ਵੀ ਇਸੇ ਗੱਲ ਦੀ ਤੋੜਤਾ ਕਰਤਾ ਕਿ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਕਿ ਕਾਂਗਰਸ ਹਾਈਕਮਾਨ ਆਪਣੀ ਮਰਜ਼ੀ ਦੇ ਜਾਂ ਅਸਥਾਨ ਦੇ ਅਨੁਸਾਰ ਉਹਨਾਂ ਨੇ ਉਹ ਫੈਸਲਾ ਲੈਣਾ ਜਿਹੜਾ ਦੇਸ਼ ਦੇ ਹਿੱਤ ਵਿੱਚ ਜੋ ਉਹਨਾਂ ਨੂੰ ਮਹਿਸੂਸ ਹੁੰਦਾ, ਤਾਂ ਫਿਰ ਤੁਸੀਂ ਪਹਿਲਾਂ ਗਲਤ ਬਿਆਨਬਾਜ਼ੀ ਕਰਕੇ ਇਹੋ ਜਿਹੇ ਬਿਆਨ ਦੇ ਕੇ ਆਪਣੇ ਹੀ ਵਰਕਰਾਂ ਦਾ ਜੇ ਮਨੋਬਲ ਤੋੜੋਗੇ, ਤਾਂ ਫਿਰ ਇਲੈਕਸ਼ਨ ਦੇ ਵਿੱਚ ਤੁਹਾਡੀ ਭੂਮਿਕਾ ਜਾਂ ਤੁਹਾਡੇ ਵਰਕਰਾਂ ਦੀ ਭੂਮਿਕਾ ਕਿਹੋ ਜਿਹੀ ਹੋਵੇਗੀ, ਇਹਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਜਿਹੜਾ ਆ ਮਾਨ ਸਾਹਿਬ ਉਹ ਸੁਭਾਵਕ ਲੱਗ ਜਾਂਦਾ। ਕਿਉਂਕਿ ਅੱਜ ਤੱਕ ਤਾਂ ਤੁਸੀਂ ਇਹ ਕਹਿ ਰਹੇ ਜੇ ਕਿ ਅਸੀਂ ਗੱਠਜੋੜ ਦੇ ਖਿਲਾਫ ਹਾਂ, ਜੇ ਗੱਠਜੋੜ ਨੂੰ 10 ਅਸਤੀਫੇ ਦੇ ਦਾਂਗੇ। ਹੁਣ ਕੱਲ ਨੂੰ ਜੇਕਰ ਤੁਸੀਂ ਇਹ ਗੱਲ ਕਹਿੰਦੇ ਜੇ ਕਿ ਹਾਂਜੀ ਅਸੀਂ ਕਾਂਗਰਸ ਹਾਈਕਮਾਨ ਦੇ ਫੈਸਲੇ ਦੇ ਅੱਗੇ ਸਿਰ ਝੁਕਾਉਂਦੇ ਆ, ਤਾਂ ਫਿਰ ਉਹ ਵਰਕਰ ਜਿਹੜਾ ਤੁਹਾਡੇ ਨਾਲ ਪਹਿਲੇ ਦਿਨ ਤੋਂ ਤੁਰਦਾ, ਤੁਹਾਡੇ ਬਿਲਕੁਲ ਅਨੁਸਾਰ ਚੱਲਦਾ, ਤੇ ਤੁਹਾਡੇ ਇਸ ਬਦਲਵੇਂ ਸਟੈਂਡ ਦੇ ਸੰਦਰਭ ਦੇ ਵਿੱਚ ਫਿਰ ਉਹ ਤੁਹਾਡੇ ਪ੍ਰਤੀ ਕੀ ਸੋਚੇਗਾ, ਇਹ ਵੀ ਇਹਨਾਂ ਨੇਤਾਵਾਂ ਨੂੰ ਸੋਚਣ ਦੀ ਲੋੜ ਹੈਗੀ ਆ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਕਾਂਗਰਸ ਪਾਰਟੀ ਦੀ ਜਿਹੜੀ 2022 ਦੇ ਵਿੱਚ ਜਿਹੜੀ ਹਾਰ ਹੋਈ, ਉਹ ਇਹੋ ਕੁਝ ਸੀ ਕਿ ਕਾਂਗਰਸ ਕਈ ਧੜਿਆਂ 'ਚ ਵੰਡੀ ਜਾ ਚੁੱਕੀ ਸੀ। ਹਰ ਬੰਦਾ ਆਪਣੀ ਸੁਰ ਜਿਹੜੀ ਉਹ ਲਾਉਂਦਾ ਸੀ, ਤੇ ਉਸ ਦਾ ਸਿੱਟਾ ਇਹ ਸਾਹਮਣੇ ਆ। ਈਵਨ ਕਿ ਰਮਨੀਤ ਸਿੰਘ ਬਿੱਟੂ ਨੇ ਇਹ ਵੀ ਗੱਲ ਕੱਲ ਕਹੀ ਆ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਦੇ ਸੀ, ਬਾਅਦ 'ਚ ਚਰਨਜੀਤ ਸਿੰਘ ਚੰਨੀ ਦਾ ਕਰਨ ਲੱਗ ਪਏ। ਸੋ ਕਾਂਗਰਸ ਦੀ ਜਿਹੜੀ ਇਹ ਅੰਦਰੂਨੀ ਕਲੇਸ਼ ਜਿਹੜਾ ਆ, ਸ਼ਾਇਦ ਕਾਂਗਰਸ ਦੇ ਪਤਨ ਦਾ ਇਹੋ ਹੀ ਕਾਰਨ ਆ ਕਿ ਜਿਹੜੇ ਨੇਤਾ ਨੇ, ਕੋਈ ਵੀ ਨੇਤਾ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਅਸੀਂ ਇਹ ਗੱਲ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਹਮੇਸ਼ਾ ਆਪਣੇ ਆਪ ਨੂੰ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਦੇ ਰੂਪ 'ਚ ਚਿਤਰਿਆ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਕਾਂਗਰਸ ਦੇ ਵਿੱਚ ਉਹਨਾਂ ਤੋਂ ਇਲਾਵਾ ਕੋਈ ਸੀਨੀਅਰ ਨੇਤਾ ਹੈ ਹੀ ਨਹੀਂ। ਪਤਾ ਨਹੀਂ ਉਹ ਹਮੇਸ਼ਾ ਇਹ ਸੁਪਨਾ ਪਾਲਦੇ ਜਾਂ ਇਹੋ ਸੁਪਨਾ ਲੈਂਦੇ ਆ। ਪਰ ਅਣਖੀ ਜੀ ਦੂਸਰੇ ਪਾਸੇ ਇੱਕ ਅਹਿਮ ਅਣਖੀ ਦੂਜੇ ਪਾਸੇ ਸਵਾਲ ਇੱਕ ਅਹਿਮ ਇਹ ਵੀ ਹੋ ਜਾਂਦਾ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਤਾਂ ਕਹਿਤਾ ਅਸਤੀਫੇ ਦੇ ਦਿਓ, ਇੱਧਰ ਇਹਨਾਂ ਦੇ ਵੱਲੋਂ ਵੀ ਦੂਸਰੇ ਪਾਸੇ ਇਹ ਗੱਲ ਆ ਗਈ ਹੈ ਵੀ ਭਾਈ ਅਸੀਂ ਹਾਈ ਕਮਾਂਡ ਦਾ ਫੈਸਲਾ ਮੰਨਾਂਗੇ। ਲੇਕਿਨ ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਡਿਨਾਈ ਕੀਤਾ ਜਾ ਰਿਹਾ ਗੱਠਜੋੜ ਨੂੰ ਪੰਜਾਬ ਦੇ ਵਿੱਚ, ਪੰਜਾਬ ਦੀ ਕਾਂਗਰਸ ਦੇ ਵੱਲੋਂ ਜਾਂ ਸੀਨੀਅਰ ਲੀਡਰਾਂ ਦੇ ਵੱਲੋਂ ਆਪਾਂ ਗੱਲ ਕਹੀਏ ਜਿਨ੍ਹਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਜਾਂ ਫਿਰ ਰਾਜਾ ਵੜਿੰਗ ਨੇ, ਕਿ ਜੇਕਰ ਹੁਣ ਹਾਈ ਕਮਾਂਡ ਦਾ ਫੈਸਲਾ ਮੰਨ ਕੇ ਗੱਠਜੋੜ ਹੋ ਵੀ ਜਾਂਦਾ ਹੈ, ਭਾਵੇਂ ਕਿ ਉਧਰ ਮੁੱਖ ਮੰਤਰੀ ਸਾਹਿਬ ਦਾ ਹੀ ਬਿਆਨ ਆ ਗਿਆਗਾ, ਜੇ ਗੱਠਜੋੜ ਹੋ ਵੀ ਜਾਂਦਾ ਹੈ ਕਿ ਪੂਰੇ ਤਨ ਮਨ ਦੇ ਨਾਲ ਇਸ ਗੱਠਜੋੜ ਨੂੰ ਨਿਭਾਇਆ ਜਾਏਗਾ ਪੰਜਾਬ ਦੇ ਵਿੱਚ, ਪੰਜਾਬ ਕਾਂਗਰਸ ਦੇ ਵੱਲੋਂ, ਕਿ ਜਿਨ੍ਹਾਂ ਸੀਟਾਂ ਦੇ ਵਿੱਚ ਜੇਕਰ ਸੀਟ ਸ਼ੇਅਰਿੰਗ ਹੁੰਦੀ ਹੈ ਤਾਂ, ਹਾਲਾਂਕਿ ਮੁੱਖ ਮੰਤਰੀ ਸਾਹਿਬ ਵੀ ਕਹਿ ਚੁੱਕੇ ਨੇ ਅਸੀਂ ਸਾਰੀ ਸੀਟਾਂ 'ਤੇ ਲੜਾਂਗੇ ਪੰਜਾਬ 'ਚ, ਜੇਕਰ ਸੀਟ ਸ਼ੇਅਰਿੰਗ ਹੋ ਜਾਂਦੀ ਹੈ ਹਾਈ ਕਮਾਂਡ ਦੇ ਫੈਸਲੇ ਦੇ ਉੱਪਰ ਮਤਲਬ ਕਿ ਫੁੱਲ ਚੜ੍ਹਾ ਦਿੱਤੇ ਜਾਂਦੇ ਨੇ ਕਿ ਕਾਂਗਰਸ ਤਨ ਮਨ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜੇਗੀ। ਇਹ ਬਿਲਕੁਲ ਆਮ ਸਾਹਿਬ, ਇਹ ਆਪਣੇ ਆਪ 'ਚ ਬੜਾ ਮਹੱਤਵਪੂਰਨ ਸਵਾਲ ਹੈਗਾ
कि की फिर जेकर गठजोड़ हो जाता तो पंजाब की कांग्रेस इकाई की गठजोड़ मतलब वो चोणां तन पूरी तनदेही नाल लड़नगे। मान साहब ये सवाल अपने आप महत्वपूर्ण है। पर जिस तरीके नाल जेकर ये समझौता होंदा तो हाई कमान का जिहड़ा डंडा वो जो मान साहब चढ़ेगा ना तो फिर ये नेतावां नूं ये काम करना पवेगा। ठीक है, अंदरों अंदर ही वो विरोध कर देंगे, पर जिहड़ा मजबूरन फैसला, क्योंकि जिस तरीके नाल कांग्रेस हाईकमान ने यह गल कही कि वड्डे काज वास्ते असीं ये जिहे समझौते करांगे तो फिर करना तो पैना ही आ। हाँ, कांग्रेस पार्टी वालों हो सकता कि कांग्रेस पार्टी इहो जी गल ना करे, पर आम आदमी पार्टी पूर्ण तौर पर उसका यह यत्न रहेगा कि कांग्रेस पार्टी नूं खोरा ला के अपने जिहड़े एमपीआं की ताकत नूं जिहड़ा वधाया जावे। इहो जिहियां स्थितियां मान साहब जरूर जिहड़ियां नज़र आउणगियां। इहदे उत्ते तां प्रश्न चिन्ह बणिया ही रहेगा कि जे समझौता हो जाता कि पंजाब की कांग्रेस इकाई कि इन्हां चोणां दे विच पूरे तनदेही नाल साथ देगी। इहदे उत्ते तां संशय हमेशा बरकरार रहणगे जिन्ने तक 2024 ਦੀਆਂ ਚੋਣਾਂ ਦੇ नतीजे सामने नहीं आ जाते। हाँ, जेकर सरकार बन गई इंडिया अलायंस की जेकर सरकार बन जाती है तो फिर तो ये गल्लां सारियां लुकवियां पर्दे दे विच खत्म हो जांदियां, किहने किहनूं ढाह लाई किहनूं नहीं लाई। ये तो पंजाब कांग्रेस का लखविंदर जी वर्तारा बीते समय दे विच भी रहा कि जदों लोक सभा दीयां माफ करदा जदों पंजाब विधान सभा दीयां चोणां होईयां ते किस तरीके दे नाल एक नेता ने अपने ही दूजे नेतावां नूं खोरा लाया। ये तां कांग्रेस का पंजाब कांग्रेस का इतिहास है ही है। नहीं तो कितने जेकर पहला 2019 ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਪੰਜਾਬ ਕਾਂਗਰਸ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤੇ ਸਪਸ਼ਟ ਬਹੁਮਤ ਲੈ ਗਈ ਸੀ ਤੇ ਉਹੀ ਕਾਂਗਰਸ ਜਿਹੜੀ ਸੀ ਉਹ 17 ਸੀਟਾਂ ਤੇ ਲੁੜਕ ਕੇ ਰਹਿ ਗਈ। ਇਹ ਜਿਹੜੀ ਅੰਦਰੂਨੀ ਧੜੇਬਾਜ਼ੀ ਆ ਇਹ ਤਾਂ ਕਾਂਗਰਸ ਦੀ ਅਸੀਂ ਕਹਿ ਸਕਦੇ ਕਿ ਪਰੰਪਰਾ ਹੈ ਹੀ ਹੈ। ਬਾਕੀ ਇਹ ਸੰਸੇ ਮਾਨ ਸਾਹਿਬ ਜ਼ਰੂਰ ਬਰਕਰਾਰ ਰਹਿਣਗੇ ਕਿ ਹਾਂ ਵੀ ਇਹ ਤਨਦੇਹੀ ਨਾਲ ਸਾਥ ਦੇਣਗੇ ਗਠਜੋੜ ਨੂੰ ਸਫਲ ਕਰਨ ਵਿੱਚ ਜਾਂ ਨਹੀਂ, ਇਹ ਸੰਸੇ ਤਾਂ ਜ਼ਰੂਰ ਬਰਕਰਾਰ ਰਹਿਣਗੇ। जी बिल्कुल। तो एक पासे तो जिस तरह गठजोड़ ਨੂੰ ਲੈ ਕੇ अजे तक भी पाटो ताड़ खिचो ताड़ चल रही है कि पंजाब ਦੇ ਵਿੱਚ, दूसरे पासे कल एक अहम मीटिंग गठजोड़ ਦੀ ਹੋਈ है। गठजोड़ ਦੀ इस मीटिंग ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਦੇ ਉੱਪਰ ਗੱਲ ਹੋਈ ਹੈ, ਕਿਹੜੇ-ਕਿਹੜੇ ਮੁੱਦਿਆਂ ਦੇ ਉੱਪਰ ਸਹਿਮਤੀ ਬਣੀ ਹੈ, ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਕੋਈ ਗੱਲਬਾਤ ਚੱਲੀ ਸੀ, ਕਿ ਸੀਟ ਸ਼ੇਅਰਿੰਗ ਦੇ ਉੱਪਰ ਵੀ ਸਮਝੌਤਾ ਕੋਈ ਹੋਇਆ, ਕੱਲ ਸਹਿਮਤੀ ਬਣੀ ਹੈ, ਕਿਵੇਂ ਰਹੀ ਮੀਟਿੰਗ ਕੱਲ ਦੀ ਤੇ ਕਿਹੜੇ-ਕਿਹੜੇ ਮੁੱਦਿਆਂ ਦੇ ਉੱਪਰ ਕੱਲ ਚਰਚਾ ਹੋਈ ਹੈ। मान साहब कल इंडियन अलायंस की जी 14 मैंबरों की मीटिंग जी शरद पवार के दिल्ली रेजिडेंस के होनी सी, पर वो केवल 12 मैंबर जोड़े वो शामिल होंगे हैं। TMC के जोड़े अभिषेक बैनर्जी है वो इस मीटिंग के शामिल हो नहीं हुए। समझा तो यह जा रहा है कि इस मीटिंग के सीटां की वंड नूं लैके जी कोई गलबात वो होगी, पर दो जोड़े मैंबर से उन्होंने इस मीटिंग के शामिल होने करके जी गलबात इस मुद्दे पर नहीं हो सकी। तो हुण ये फैसला किया गया कि इन्हां सीटां की वंड नूं लैके अक्तूबर के फस्ट वीक के पहले हफ्ते के संबंधी एक मीटिंग जी होर अजूसी जी की जाएगी। बाकी कल की मीटिंग जी अपने आप जी महत्वपूर्ण रही, खास तौर पर 18 तरीक को जो संसद का इजलास बुलाया जाना वो संदर्भ के विरोधी धिर की जी भूमिका वो किहो जी होगी, इस गल नूं लैके जो फैसला जोड़ा वो किया गया। और नाल ही नाल ये भी गल जी चर्चा के लियाई गई कि जिस तरीके अभिषेक बैनर्जी जोड़े TMC तृणमूल कांग्रेस के अहम नेता ने तो ईडी की जिस तरीके बीते दिन पश्चिमी बंगाल कार्रवाई हुई है उसनों पोलिटिकल वेंडेटा का नाम दिता गया कि किस तरीके इंडिया अलायंस नाल संबंधित लोगों को दबाया जा रहा है या डराया जा रहा है, धमकाया जा रहा है ताकि उस गठजोड़ का हिस्सा ना रहन। इस मुद्दे को लैके काफ़ी चर्चावां ਜਿਹੜੀਆਂ ਹੋਈਆਂ ਨੇ। और मान साहब एक खास इस मीटिंग के गल ये भी हुई है कि उन्होंने जोड़े न्यूज़ एंकर ने जोड़े खास तौर पर इंडिया अलायंस के खिलाफ है उन्होंने भी कहते हैं कि एक बकायदा तौर पर लिस्ट जी वो तैयार की गई कि किस तरीके उन्होंने जो जवाब आ मीडिया नाल संबंधित जोड़ा खास तौर पर इंडिया अलायंस के भंडता या उसदियां नीतियां की विरोधता किसी पद्धर पर करता उन्होंने आइडेंटिफिकेशन वास्ते भी कहते हैं एक लिस्ट जी उत्थे पहुंची, पहचान जी वो की गई है। हुण सब तो वड्डा जिहड़ा मुद्दा यह है कि जिहड़ा 18 तरीक नूं अपने मान साहब अजलास संसद का विशेष बुलाया जाना वो विरोधी धिर की भूमिका इंडिया अलायंस की किहो जी होगी और किहो जिहा रुख जिहड़ा अख्तियार करेगा, क्योंकि अजे सीटां की वंड नूं लैके अजे टाइम जिहड़ा वो हैगा और जिहड़ा 18 तरीक आ वो हाड़ की 2 या 4 दिनों की गल हैगी आ। इस मुद्दे नूं लैके कल जी मान साहब ये इंडिया की मीटिंग हुई है और वो सरकारी धिर नूं घेरना किवें है या किहड़े उठा के अपनी गल जी करनी है, खास तौर पर ये चर्चावां जिहड़ियां वो होईयां ने और इहदे उत्ते नज़र जिहड़ी सी काफ़ी जिहड़ी आ लोकां दी बनी हुई सी। जी बिल्कुल बिल्कुल सर, ये तो चलो गठजोड़ की गल होगी। हुण ये गठजोड़ दे वल्लों विरोधी गठजोड़ दे वल्लों संसद दे विच सरकार नूं घेरन दे लई भी तैयारियां कहने आरंभिया गईयां ने ते उधर एजेंडे दे बारे भी लगातार सवाल चुके जा रहे सी।
ਵੀ ਆਖਰ ਜੋ ਹੁਣ ਵਿਸ਼ੇਸ਼ ਇਜਲਾਸ ਸੱਦਿਆ ਜਾ ਰਿਹਾ ਉਹਦਾ ਏਜੰਡਾ ਕੀ ਹੈ। ਏਜੰਡਾ ਵੀ ਕਹਿੰਦੇ ਕਲੀਅਰ ਕਰ ਦਿੱਤਾ ਗਿਆ ਗਾ ਬੀਜੇਪੀ ਦੇ ਵੱਲੋਂ, ਸਰਕਾਰ ਦੇ ਵੱਲੋਂ ਵੀ ਕਿਹੜੇ ਏਜੰਡੇ ਦੇ ਉੱਪਰ ਗੱਲਬਾਤ ਹੋਣੀ ਹੈ। ਏਜੰਡੇ ਦੇ ਵਿੱਚ ਹੈ ਕੀ, ਕਿਹੜੇ ਕਿਹੜੇ ਬਿੱਲ ਨੇ ਜਿਹੜੇ ਪੇਸ਼ ਹੋ ਸਕਦੇ ਨੇ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ, ਤੇ ਕਿਹੜੇ ਕਿਹੜੇ ਬਿੱਲਾਂ ਦੇ ਉੱਪਰ ਮੋਹਰ ਲੱਗ ਸਕਦੀ ਹੈ। ਪੂਰਾ ਏਜੰਡਾ ਕੀ ਹੈ ਜਿਹੜਾ ਕਿ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਹੋਵੇਗਾ। ਜੀ ਮਾਨ ਸਾਹਿਬ, ਜਦੋਂ ਦਾ ਸੰਸਦ ਦਾ ਇਹ ਵਿਸ਼ੇਸ਼ ਇਜਲਾਸ ਬੁਲਾਇਆ ਜਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਅਗਰ ਵੇਖਿਆ ਜਾਏ ਤਾਂ ਵਿਰੋਧੀ ਧਿਰ ਇਸ ਇਜਲਾਸ ਨੂੰ ਲੈ ਕੇ ਕਾਫੀ ਪ੍ਰਸ਼ਨ ਚਿੰਨ੍ਹ ਜਿਹੜੇ ਆ ਉਹ ਸਰਕਾਰ ਤੇ ਠੰਡੀ ਰਹੀ ਹੈ। ਈਵਨ ਕਿ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਵੀ ਇੱਕ ਚਿੱਠੀ ਲਿਖ ਕੇ ਏਜੰਡੇ ਦੀ ਜਿਹੜੀ ਮੰਗ ਕੀਤੀ ਗਈ ਸੀ ਕਿ ਹਾਂ ਵੀ ਏਜੰਡਾ ਜਿਹੜਾ ਉਹ ਦੱਸਿਆ ਜਾਵੇ, ਤਾਂ ਜਿਸ ਨੂੰ ਲੈ ਕੇ ਕਾਫੀ ਰਾਜਨੀਤੀ ਜਿਹੜੀ ਗਰਮ ਹੋਈ, ਰਾਜਨੀਤਿਕ ਚਰਚਾਵਾਂ ਜਿਹੜੀਆਂ ਗਰਮ ਹੋਈਆਂ ਕਿ ਕਿਸ ਤਰੀਕੇ ਨਾਲ ਵਿਰੋਧੀ ਧਿਰ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਸੋਨੀਆ ਗਾਂਧੀ ਦੀ ਚਿੱਠੀ ਤੋਂ ਬਾਅਦ। ਖੈਰ ਹੁਣ ਜੋ ਇਹ ਅਜਲਾਸ ਜਿਹੜਾ ਬੁਲਾਇਆ ਜਾਣਾ ਇਹਦੇ ਸੰਬੰਧੀ ਬਕਾਇਦਾ ਤੌਰ ਤੇ ਜਿਹੜਾ ਏਜੰਡਾ ਆ ਉਹ ਜਾਰੀ ਜਿਹੜਾ ਕਰ ਦਿੱਤਾ ਗਿਆ। ਹੁਣ ਉਸ ਏਜੰਡੇ ਦੇ ਨਾਲ ਹੀ ਨਾਲ ਜਿਹੜਾ 18 ਤਰੀਕ ਤੋਂ ਲੈ ਕੇ 22 ਸਤੰਬਰ ਤੱਕ ਇਹ ਵਿਸ਼ੇਸ਼ ਇਜਲਾਸ ਸੱਦਣਾ, ਇਸ ਦੇ ਵਿੱਚ ਕੀ ਕੀ ਕੁਝ ਹੋਵੇਗਾ ਬਕਾਇਦਾ ਤੌਰ ਤੇ ਪੂਰੀ ਸਮੇਂ ਸਾਰਣੀ ਜਿਹੜੀ ਆ ਉਹ ਜਾਰੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ਔਰ ਇਹ ਵੀ ਗੱਲ ਨਾਲ ਕਹਿ ਦਈਏ ਕਿ ਜਿਹੜਾ ਇਹ ਇਜਲਾਸ ਆ ਜਿਹੜਾ ਨਵਾਂ ਸੰਸਦ ਭਵਨ ਬਣਿਆ ਉਸ ਦੇ ਵਿੱਚ ਇਹ ਹੋਣਾ ਹੈਗਾ। ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਬਕਾਇਦਾ ਤੌਰ ਤੇ ਡਰੈਸ ਕੋਡ ਵੀ ਜਿਹੜਾ ਉਹ ਨਿਰਧਾਰਿਤ ਕਰ ਦਿੱਤਾ ਗਿਆ ਕਿ ਸੰਸਦ ਮੈਂਬਰ ਜਦੋਂ ਸੰਸਦ 'ਚ ਦਾਖਲ ਹੋਣਗੇ ਤਾਂ ਉਹ ਨਹਿਰੂ ਜੈਕਟ ਜਿਹੜੀ ਆ ਉਹ ਪਾਉਣਗੇ ਔਰ ਥੱਲੇ ਖਾਕੀ ਪੈਂਟ ਹੋਵੇਗੀ। ਹੁਣ ਖਾਕੀ ਪੈਂਟ ਦਾ ਆਪਣੇ ਆਪ ਵਿੱਚ ਮਾਨ ਸਾਹਿਬ ਬਹੁਤ ਵੱਡਾ ਰੌਲਾ ਜਿਹੜਾ ਬੀਤੇ ਸਮੇਂ 'ਚ ਪੈਂਦਾ ਰਿਹਾ, ਔਰ ਖਾਕੀ ਰੰਗ ਜਿਹੜਾ ਇੱਕ ਖਾਸ ਧਿਰ ਦਾ ਨਿਸ਼ਾਨ ਵੀ ਹੈਗਾ, ਤੇ ਸ਼ਾਇਦ ਇਸੇ ਹੀ ਕਾਰਨ ਖਾਕੀ ਪੈਂਟ ਜਿਹੜੀ ਆ ਬਕਾਇਦਾ ਡਰੈਸ ਕੋਡ 'ਚ ਉਹ ਸ਼ਾਮਲ ਕੀਤੀ ਗਈ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਖਾਕੀ ਰੰਗ ਦੀ ਪੈਂਟ ਨੂੰ ਜਿਹੜੇ ਕੇਂਦਰ ਭਾਜਪਾ ਜਿਹੜੀ ਉਹ ਤੇ ਚਲੋ ਸਵੀਕਾਰ ਕਰੇਗੀ ਕੀ ਵਿਰੋਧੀ ਧਿਰ ਉਸ ਡਰੈਸ ਕੋਡ ਨੂੰ ਪਸੰਦ ਕਰੇ ਕਿ ਜਿਹੜਾ ਖਾਕੀ ਰੰਗ ਖਾਸ ਤੌਰ ਤੇ ਨਾਗਪੁਰੀਆਂ ਦੇ ਨਾਲ ਜੋੜਿਆ ਜਾਂਦਾ ਹੈ। ਇਹ ਵੀ ਇੱਕ ਜ਼ਰੂਰ ਧਿਆਨ ਜਿਹੜਾ ਬਣਿਆ ਰਹੇਗਾ। ਖੈਰ ਬਾਕੀ ਤੁਸੀਂ ਪ੍ਰਸ਼ਨ ਕੀਤਾ ਏਜੰਡੇ ਦਾ, ਇਸ ਏਜੰਡੇ ਦੇ ਵਿੱਚ 4 ਬਿੱਲ ਜਿਹੜੇ ਨੇ ਉਹ ਲਿਆਂਦੇ ਜਾਣਗੇ ਜਿਨ੍ਹਾਂ ਦੇ ਸੰਬੰਧੀ ਜਾਣਕਾਰੀ ਜਿਹੜੀ ਉਹ ਦੇ ਦਿੱਤੀ ਗਈ ਹੈ। ਪਹਿਲਾ ਬਿੱਲ ਜਿਹੜਾ ਐਡਵੋਕੇਸੀ ਬਿੱਲ ਜਿਹੜਾ 2023 ਔਰ ਦੂਜਾ ਪ੍ਰੈਸ ਐਂਡ ਰਜਿਸਟ੍ਰੇਸ਼ਨ ਬਿੱਲ 2023, ਇਹ ਜਿਹੜੇ ਬਿੱਲ ਦੇ ਮਾਨ ਸਾਹਿਬ ਇਹ ਰਾਜ ਸਭਾ 'ਚ ਪਾਸ ਜਿਹੜੇ ਆ ਹੋ ਚੁੱਕੇ ਆ, ਤੇ 3 ਅਗਸਤ ਨੂੰ ਇਹ ਬਿੱਲ ਜਿਹੜੇ ਇਹ ਪਾਸ ਹੋਏ ਸੀ ਤੇ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਪਾਸ ਕਰਾਉਣਾ ਸੀ, ਪਰ ਮਣੀਪੁਰ ਦਾ ਜਦੋਂ ਰੌਲਾ ਪੈ ਗਿਆ ਉਦੋਂ ਇਹਨਾਂ ਬਿੱਲਾਂ ਦੇ ਸੰਬੰਧੀ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਸਕੀ। ਤੇ ਦੂਸਰੇ ਜਿਹੜੇ 2 ਮਹੱਤਵਪੂਰਨ ਬਿੱਲ ਨੇ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਉਹ ਹੈਗਾ ਇੱਕ ਪੋਸਟ ਆਫਿਸ ਬਿੱਲ ਅਮੈਂਡਮੈਂਟ 2023 ਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਬਿੱਲ ਜਿਹੜਾ ਆ ਉਹ ਚੀਫ ਇਲੈਕਸ਼ਨ ਕਮਿਸ਼ਨ ਅਤੇ ਹੋਰ ਸਹਾਇਕ ਕਮਿਸ਼ਨਰ ਦੀ ਨਿਯੁਕਤੀ ਨੂੰ ਲੈ ਕੇ ਹੈਗਾ। ਇਹ ਜਿਹੜਾ ਬਿੱਲ ਆ ਇਸ ਬਿੱਲ ਨੂੰ ਪਾਸ ਕਰਾਉਣ ਵਾਸਤੇ ਰਾਜ ਸਭਾ ਦੇ ਵਿੱਚ ਇਹ ਬਿੱਲ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਸ਼ਾਮਲ ਜਿਹੜੇ ਆ ਉਹ ਕੀਤੇ ਜਾਣੇ ਆ। ਹੁਣ ਸਭ ਤੋਂ ਜ਼ਿਆਦਾ ਮਹੱਤਵਪੂਰਨ ਬਿੱਲ ਆ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਸੰਬੰਧ ਵਿੱਚ ਨਿਯੁਕਤੀ ਦੇ ਸੰਦਰਭ ਦੇ ਵਿੱਚ ਆ। ਇਸ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਪਹਿਲਾਂ ਹੀ ਆਪਣਾ ਜਿਹੜਾ ਰੁਖ ਆ ਉਹ ਸਪਸ਼ਟ ਕਰ ਚੁੱਕੀ ਹੈ, ਖਾਸ ਤੌਰ ਤੇ ਇਸ ਕਾਰਨ ਕਰਕੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਦਿੱਲੀ ਦੇ ਸੰਦਰਭ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਇਹ ਆਇਆ ਸੀ ਕਿ ਹਾਂ ਵੀ ਕੇਂਦਰ ਸਰਕਾਰ ਜਿਹੜੀ ਆ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਦੇ ਉੱਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦੀ, ਤਾਂ ਫਿਰ ਉਸ ਸੰਦਰਭ ਦੇ ਵਿੱਚ ਭਾਜਪਾ ਦੀ ਜਿਹੜੀ ਕੇਂਦਰੀ ਆਪਣੀ ਕੈਬਨਿਟ ਆ ਜਾਂ ਕਿ ਲੋਕ ਸਭਾ ਦੇ ਵਿੱਚ ਉਹਨਾਂ ਨੇ ਇਹ ਬਿੱਲ ਲਿਆ ਕੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਹੀ ਉਲਟ ਦਿੱਤਾ ਤੇ ਦੁਬਾਰਾ ਉਹ ਦਿੱਲੀ ਆਰਡੀਨੈਂਸ ਜਿਹੜਾ ਬਿੱਲ ਉਹ ਪਾਸ ਕਰਾ ਲਿਆ। ਤਾਂ ਇਸ ਮੁੱਦੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਬੜੇ ਸਵਾਲ ਜਿਹੜੇ ਉਠਾਏ ਸੀ ਕਿ ਸੰਵਿਧਾਨ ਈਵਨ ਕਿ ਉਹਨਾਂ ਨੇ ਸਿੱਧਾ ਇਲਜ਼ਾਮ ਜਿਹੜਾ ਪ੍ਰਧਾਨ ਮੰਤਰੀ ਤੇ ਲਾਇਆ ਸੀ ਕਿ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਦਾ ਵੀ ਹਨਨ ਜਿਹੜਾ ਉਹ ਕਰ ਰਹੇ ਨੇ, ਉਹਨਾਂ ਨੂੰ ਕਮਜ਼ੋਰ ਕਰ ਰਹੇ ਆ। ਤਾਂ ਇਸੇ ਤਰੀਕੇ ਨਾਲ ਹੁਣ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਨਿਯੁਕਤੀ ਹੈ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਸੀ ਕਿ ਇਹਦੇ ਵਿੱਚ 3 ਬੰਦੇ ਜਿਹੜੇ ਉਹ ਸ਼ਾਮਲ ਹੋਣੇ ਚਾਹੀਦੇ ਆ, ਇੱਕ ਪ੍ਰਧਾਨ ਮੰਤਰੀ, ਦੂਸਰੇ ਬੰਨੇ ਵਿਰੋਧੀ ਧਿਰ ਦੇ ਨੇਤਾ ਤਾਂ ਇੱਕ ਕੈਬਨਿਟ ਮੰਤਰੀ ਜਿਹੜੇ ਹੋਣਗੇ ਉਹ ਬਿੱਲ ਪਾਸ ਇਸ ਨਿਯੁਕਤੀ ਦੇ ਸੰਦਰਭ 'ਚ ਆਪਣਾ ਫੈਸਲਾ ਦੇਣਗੇ। ਪਰ ਇਸ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਜਿਹੜੀ ਇਸ ਵੇਲੇ ਮੌਜੂਦਾ ਸੱਤਾਧਾਰੀ ਧਿਰ ਆ ਉਹ ਇੱਕ ਬਿੱਲ ਲਿਆਉਣਾ ਚਾਹੁੰਦੀ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਹਾਈ ਕੋਰਟ ਦਾ ਚੀਫ ਜਸਟਿਸ ਜਿਹੜਾ ਹੋਵੇ ਜਾਂ ਕੋਈ ਇਹੋ ਜਿਹੀ ਚੀਜ਼ਾਂ ਉਹਨਾਂ ਵੱਲੋਂ ਕਹੀਆਂ ਗਈਆਂ ਨੇ। ਸੋ ਵਿਰੋਧੀ ਧਿਰ ਜਿਹੜੀ ਹੈ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੇ ਰੌਂਚ ਹੈਗੇ ਕਿ ਇਹ ਬਿੱਲ ਜਿਹੜਾ ਕਿਸੇ ਵੀ ਸੂਰਤ ਵਿੱਚ ਪਾਸ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇਕਰ ਇਹ ਬਿੱਲ ਪਾਸ ਹੁੰਦਾ ਤਾਂ ਫਿਰ ਚੀਫ ਇਲੈਕਸ਼ਨ ਕਮਿਸ਼ਨ ਹਮੇਸ਼ਾ ਸੱਤਾਧਾਰੀ ਧਿਰ ਆਪਣੀ ਮਰਜ਼ੀ ਦਾ ਜਿਹੋ ਜਿਹਾ ਮਰਜ਼ੀ ਲਗਾ ਸਕਦੀ ਹੈ। ਜਿਵੇਂ ਆਮ ਤੌਰ ਤੇ ਇਹ ਵੀ ਚਰਚਾਵਾਂ ਨੇ ਕਿ ਜੇਕਰ 2024 ਦੇ ਚੋਣਾਂ ਦੇ ਵਿੱਚ ਦੁਬਾਰਾ
ਭਾਜਪਾ ਜਿਹੜੀ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਸ਼ਾਇਦ ਭਵਿੱਖ ਵਿੱਚ ਚੋਣਾਂ ਹੀ ਨਾ ਹੋਣ। ਇਹ ਵੀ ਚਰਚਾਵਾਂ ਜਿਹੜੀਆਂ ਹਨ। ਸੋ ਇਸ ਕਰਕੇ ਇਹ ਜਿਹੜਾ ਚੌਥਾ ਬਿੱਲ ਹੈ ਇਹਦੇ ਉੱਤੇ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਜ਼ਰੂਰ ਹੋਣਗੀਆਂ। ਵਿਰੋਧੀ ਧਿਰ ਇਸ ਬਿੱਲ ਨੂੰ ਲੈ ਕੇ ਕਾਫੀ ਗੰਭੀਰ ਹੈਗੀ ਹੈ। ਔਰ ਇਹ ਵੀ ਪਤਾ ਲੱਗਾ ਕਿ ਸੰਸਦ ਦੇ ਜਿਹੜਾ ਪਹਿਲੇ ਦਿਨ ਦਾ ਅਜਲਾਸ ਆ ਉਹ ਦਿਨ 75 ਸਾਲ ਦੀਆਂ ਜੋ ਪ੍ਰਾਪਤੀਆਂ ਨੇ ਉਹਨਾਂ ਸੰਬੰਧੀ ਚਰਚਾਵਾਂ ਹੋਣਗੀਆਂ। ਜੋ ਕੁਝ ਸਿੱਖਿਆ ਜਾਂ ਜੋ ਵੀ ਕੁਝ ਬੀਤੇ 75 ਸਾਲਾਂ ਦੇ ਵਿੱਚ ਭਾਰਤ ਵਿੱਚ ਹੋਇਆ ਉਹ ਸਾਰੇ ਸੰਬੰਧ ਤੇ ਉਹਦਾ ਜਿਹੜਾ ਸਰਵੇਖਣ ਆ ਉਹ ਕੀਤਾ ਜਾਵੇਗਾ। ਔਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਉਹ ਨਵੇਂ ਸੰਸਦ ਭਵਨ ਦੇ ਵਿੱਚ ਚੱਲੇਗੀ। ਹੁਣ ਆਪਣੇ ਆਪ ਦੇ ਵਿੱਚ ਇਹ ਜਿਹੜਾ ਏਜੰਡਾ ਸਾਹਮਣੇ ਆਇਆ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਫਿਰਕਰਾ ਰੁਖ ਜਿਹੜਾ ਅਪਣਾ ਲਿਆ। ਉਹਨਾਂ ਨੇ ਕਿਹਾ ਕਿ ਏਜੰਡੇ ਦੀ ਜਿਹੜੀ ਜਾਣਕਾਰੀ ਹੈ ਸਿਰਫ 2 ਬੰਦਿਆਂ ਨੂੰ ਤੁਹਾਨੂੰ ਹੈ ਹੀ ਨਹੀਂ। ਹੁਣ ਪਤਾ ਨਹੀਂ ਜੈਰਾਮ ਦਾ ਇਹ ਜਿਹੜਾ ਬਿਆਨ ਹੈ ਕਿਸ ਸੰਦਰਭ 'ਚ ਆਇਆ। ਸੋ ਕਹਿਣ ਦਾ ਅਰਥ ਹੈ ਕਿ ਇਸ ਸੰਸਦ ਨੂੰ ਲੈ ਕੇ ਸੰਸਦ ਦੇ ਵਿਸ਼ੇਸ਼ ਅਜਲਾਸ ਨੂੰ ਲੈ ਕੇ ਜਿਹੋ ਜਿਹੀਆਂ ਚਰਚਾਵਾਂ ਹਨ ਇਹ ਕਿਹਾ ਜਾ ਸਕਦਾ ਕਿ ਇਹ ਜਿਹੜਾ ਇਜਲਾਸ ਆ ਕਾਫੀ ਹੰਗਾਮਿਆਂ ਭਰਪੂਰ ਜ਼ਰੂਰ ਹੋਵੇਗਾ। ਬਿਲਕੁਲ ਜੀ, ਬਿਲਕੁਲ ਹੰਗਾਮਾ ਤੇ ਤਲਖੀ ਭਰਪੂਰ ਹੋਏਗਾ, ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਮਨੀਪੁਰ ਦੇ ਮੁੱਦੇ ਦੇ ਉੱਪਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਤੁਸੀਂ ਬਾਕੀ ਜਿਹੜੇ ਬਿੱਲਾਂ ਦੀ ਗੱਲ ਕੀਤੀ, ਜਿਨ੍ਹਾਂ ਬਿੱਲਾਂ ਦੇ ਉੱਪਰ ਪਹਿਲਾਂ ਹੀ ਰੌਲਾ ਰੱਪਾ ਕਾਫੀ ਪੈ ਚੁੱਕਿਆ ਖਾਸ ਤੌਰ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ, ਤੇ ਉਹ ਬਿੱਲ ਆਏਗਾ ਤਾਂ ਹੰਗਾਮਾ ਤਲਖੀ ਹੋਣੀ ਤਾਂ ਬਿਲਕੁਲ ਲਾਜ਼ਮੀ ਆ। ਸੋ ਇਹ ਹੁਣ ਦੇਖਣਾ ਹੋਏਗਾ ਕਿ ਰਹਿਣ ਵਾਲਾ ਕਿਵੇਂ ਵਿਸ਼ੇਸ਼ ਇਜਲਾਸ ਕਿ ਇਹ ਜੋ ਬਿੱਲ ਪੇਸ਼ ਹੋਣਗੇ ਪਾਸ ਹੋ ਪਾਉਣਗੇ ਜਾਂ ਫਿਰ ਹੰਗਾਮਿਆਂ ਦੀ ਭੇਟ ਹੀ ਚੜ ਜਾਏਗਾ 5 ਦਿਨ ਦਾ ਸਪੈਸ਼ਲ ਸੈਸ਼ਨ। ਤੇ ਉਧਰ ਗੱਲ ਆਪਾਂ ਹੁਣ ਆਲ ਇੰਡੀਆ ਸਿੱਖ ਫੈਡਰੇਸ਼ਨ ਦੀ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਵੀ ਕਰ ਲਈਏ, ਕਿਉਂਕਿ ਉਹਨਾਂ ਦੀ 79ਵੀਂ ਸਾਲਗਿਰਾ ਸੀ, ਕੱਲ ਵੱਡਾ ਸਮਾਗਮ ਸੀ ਤੇ ਉੱਥੇ ਕੁਝ ਮੰਗਾਂ ਨੂੰ ਲੈ ਕੇ ਇੱਕ ਪ੍ਰਸਤਾਵ ਜਿਹੜਾ ਸਰਕਾਰ ਦੇ ਕੋਲ ਭੇਜ ਦਿੱਤਾ ਗਿਆ ਹੈ। ਪ੍ਰਸਤਾਵ ਕੀ ਹੈ ਤੇ ਪ੍ਰਸਤਾਵ ਦੇ ਵਿੱਚ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਦੇ ਵੱਲ ਭੇਜ ਦਿੱਤੀਆਂ ਗਈਆਂ ਨੇ? ਕਿਵੇਂ ਦੇਖ ਰਹੇ ਹੋ ਉਹਨਾਂ ਮੰਗਾਂ ਨੂੰ, ਕਿਵੇਂ ਵੇਖ ਰਹੇ ਹੋ ਇਸ ਪ੍ਰਸਤਾਵ ਨੂੰ? ਮਾਨ ਸਾਹਿਬ, ਜਦੋਂ ਦੀ ਪੰਜਾਬ ਸਰਕਾਰ ਵਿੱਚ ਸਹਾਇਕ ਸਬ ਇੰਸਪੈਕਟਰ ਜਾਂ ਸਬ ਇੰਸਪੈਕਟਰਾਂ ਦੀ ਨਿਯੁਕਤੀ ਦੇ ਅੰਤਰਗਤ 5 ਹਰਿਆਣੇ ਦੇ ਬੰਦਿਆਂ ਦੇ ਨਾਮ ਸ਼ਾਮਲ ਹੋਏ ਨੇ, ਉਦੋਂ ਤੋਂ ਲੈ ਕੇ ਕਾਫੀ ਵਿਰੋਧੀ ਧਿਰ ਵੱਲੋਂ ਜਾਂ ਕਾਫੀ ਦੂਸਰੀਆਂ ਪਾਰਟੀਆਂ ਵੱਲੋਂ ਇਹਦੇ ਸੰਬੰਧੀ ਰੌਲਾ ਰੱਪਾ ਜਿਹੜਾ ਪਾਇਆ ਜਾ ਰਿਹਾ। ਇਹ ਗੱਲ ਮੈਂ ਤਾਂ ਕਰਿਆ ਕਿਉਂਕਿ ਉਸ ਪ੍ਰਸਤਾਵ ਨਾਲ ਸਿੱਧਾ ਸੰਬੰਧ ਹੋਊਗਾ। ਤਾਂ ਉਸ ਨਿਯੁਕਤੀ ਨੂੰ ਲੈ ਕੇ ਇਹ ਗੱਲ ਕਹੀ ਸੀ ਕਿ ਪੰਜਾਬ ਵਾਸੀਆਂ ਨੂੰ ਜਿਹੜਾ ਦਰਕਨਾਰ ਕੀਤਾ ਜਾ ਰਿਹਾ, ਬਾਹਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ। ਉਹੋ ਜਿਹੀ ਗੱਲ ਜਿਹੜੀ ਹੈ ਕੱਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ 79ਵੀਂ ਵਰ੍ਹੇਗੰਢ ਦੇ ਮੌਕੇ ਤੇ ਉਹਨਾਂ ਨੇ ਇੱਕ ਮਤਾ ਜਿਹੜਾ ਪਾਸ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਮੰਗ ਕੀਤੀ ਹੈ, ਸਰਕਾਰ ਪਾਸ ਇਹ ਪ੍ਰਸਤਾਵ ਭੇਜਿਆ ਕਿ ਜਿਸ ਤਰੀਕੇ ਨਾਲ ਹਿਮਾਚਲ ਦੇ ਵਿੱਚ ਕੋਈ ਵੀ ਵਿਅਕਤੀ, ਬਾਹਰੀ ਵਿਅਕਤੀ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ। ਨੰਬਰ 2, ਪੰਜਾਬ ਦੇ ਵਿੱਚ ਜਿਹੜੀ ਨਿਯੁਕਤੀ ਆ ਉਹ ਪੰਜਾਬੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਕਰਵਾਈ ਜਾਏ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਹੈਗਾ। ਇਹੋ ਜਿਹਾ ਉਹਨਾਂ ਨੇ ਜਿਹੜੀਆਂ 2 ਮੰਗਾਂ, ਜਿਹੜੀਆਂ 3 ਮੰਗਾਂ ਇਹੋ ਜਿਹੀਆਂ ਮੁੱਖ ਰੂਪ ਦੇ ਵਿੱਚ ਪਾਸ ਕਰਕੇ ਇਹ ਪ੍ਰਸਤਾਵ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ। ਇਹੋ ਜਿਹਾ ਪ੍ਰਸਤਾਵ ਸੁਖਪਾਲ ਖਹਿਰੇ ਹੋਣੀ ਵੀ ਬੀਤੇ ਸਮੇਂ ਦੇ ਵਿੱਚ ਉਹ ਇਹਦੇ ਸੰਬੰਧੀ ਇਹੋ ਜਿਹੇ ਵਿਚਾਰ ਚਰਚਾਵਾਂ ਕਰਦੇ ਰਹੇ ਨੇ ਕਿ ਹਿਮਾਚਲ ਵਾਂਗ ਹਿਮਾਚਲ ਦੀ ਤਰਜ਼ ਤੇ ਹੀ ਪੰਜਾਬ ਦੇ ਵਿੱਚ ਵੀ ਸਰਵਿਸ ਜਿਹੜੀ ਜ਼ਮੀਨ ਦਾ ਐਕਟ ਹੈਗਾ ਉਹ ਕੋਈ ਬਾਹਰੀ ਪੰਜਾਬੀ ਜਿਹੜਾ ਉਹ ਨਹੀਂ ਖਰੀਦੇ। ਤਾਂ ਹੁਣ ਇਸ ਮੰਗ ਨੂੰ ਲੈ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਬਕਾਇਦਾ ਇੱਕ ਮਤਾ ਪਾਸ ਕਰਕੇ ਪ੍ਰਸਤਾਵ ਜਿਹੜਾ ਸਰਕਾਰ ਨੂੰ ਭੇਜਿਆ ਗਿਆ। ਤੇ ਬਾਕੀ ਮਾਨ ਸਾਹਿਬ ਹੁਣ ਇਹ ਦੇਖਣਾ ਕਿ ਸਰਕਾਰ ਦਾ ਇਸ ਦੇ ਪ੍ਰਤੀ ਜਿਹੜਾ ਰੁਖ ਜਿਹੜਾ ਉਹ ਕੀ ਹੈ, ਕਿਉਂਕਿ ਬੀਤੇ ਸਮੇਂ 'ਚ ਇਹੋ ਜਿਹੀਆਂ ਚਰਚਾਵਾਂ ਧਾਰਾ 370 ਤੋਂ ਤੋੜਨ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਸੰਦਰਭ ਵਿੱਚ ਵੀ ਸੀ ਕਿ ਉੱਥੇ ਵੀ ਕੋਈ ਪੰਜਾਬ ਤੋਂ ਮਾਪਾ ਨਾ JNK ਤੋਂ ਬਾਹਰੀ ਵਿਅਕਤੀ ਨਾ ਤਾਂ ਉੱਥੇ ਕੋਈ ਜ਼ਮੀਨ ਖਰੀਦ ਸਕਦਾ ਸੀ, ਨਾ ਕੋਈ ਨੌਕਰੀ ਲੈ ਸਕਦਾ ਸੀ। ਪਰ ਹਿਮਾਚਲ ਦੇ ਵਿੱਚ ਵੀ ਇਹੋ ਜਿਹੜੀਆਂ ਸਥਿਤੀਆਂ ਇਹੋ ਜਿਹੀਆਂ ਬਰਕਰਾਰ ਸਨ ਕਿ ਨਾ ਹਿਮਾਚਲ ਦੇ ਵਿੱਚ ਕੋਈ ਬੰਦਾ ਜ਼ਮੀਨ ਲੈ ਸਕਦਾ, ਨਾ ਹਿਮਾਚਲ ਵਿੱਚ ਜਾ ਕੇ ਨੌਕਰੀ ਕਰ ਸਕਦਾ। ਤਾਂ ਫਿਰ ਕੁਦਰਤੀ ਤੌਰ ਤੇ ਜੇਕਰ ਉਹਨਾਂ ਰਾਜਾਂ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਤਾਂ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ? ਕਿਉਂਕਿ ਅਗਰ ਵੇਖਿਆ ਜਾਵੇ ਤਾਂ ਪੰਜਾਬ ਦੇ ਕਈ ਸ਼ਹਿਰ ਜਿਹੜੇ ਨੇ ਹੁਣ ਪ੍ਰਵਾਸੀ ਲੋਕਾਂ ਨਾਲ ਭਰੇ ਪਏ ਨੇ, ਤਾਂ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਨਾਂ ਦੀ ਹੀ ਗੱਲ ਜਾਂ ਉਹਨਾਂ ਦਾ ਹੀ ਇਲਾਕਾ ਹੋਵੇ। ਹੁਣ ਜੇ ਤੇ ਅਸੀਂ ਭਾਰਤ ਨੂੰ, ਇੰਡੀਆ ਨੂੰ ਜਾ ਕੇ ਇੱਕ ਸੰਘੀ ਰਾਜਾਂ ਦੇ ਸਮੂਹ ਦੇ ਰੂਪ ਦੇ ਵਿੱਚ ਵੇਖੀਏ ਤਾਂ ਫਿਰ ਇਹ ਸਾਰੇ ਰਾਜਾਂ ਦੇ ਵਿੱਚ ਹੀ ਇਹ ਗੱਲ ਲਾਗੂ ਹੋਣੀ ਚਾਹੀਦੀ ਆ ਕਿ ਭਾਰਤ ਦਾ ਕੋਈ ਵੀ ਵਸਨੀਕ ਜਿੱਥੇ ਚਾਹੇ ਜਾ ਕੇ ਆਪਣੀ ਜ਼ਮੀਨ ਖਰੀਦ ਸਕਦਾ, ਜਿੱਥੇ ਚਾਹੇ ਉਹ ਨੌਕਰੀ ਕਰ ਸਕਦਾ। ਪਰ ਜੇਕਰ ਕੁਝ ਵਿਸ਼ੇਸ਼ ਅਧਿਕਾਰ ਦੇ ਕੇ ਕੁਝ ਸੂਬਿਆਂ ਨੂੰ ਤੁਸੀਂ ਇਹੋ ਜਿਹੇ ਤਰੀਕੇ ਨਾਲ ਪ੍ਰਫੁੱਲਤ ਕਰ ਰਹੇ ਜੇ ਤਾਂ ਕੁਝ ਸੂਬਿਆਂ ਨੂੰ ਤੁਸੀਂ ਕਮਜ਼ੋਰ ਕਰ ਰਹੇ ਜੇ। ਜਿਸ ਤਰੀਕੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਹ ਪੱਖ ਆਇਆ ਕਿ ਜਿਸ ਤਰੀਕੇ ਨਾਲ ਹੁਣ ਬਾਹਰੀ ਲੋਕ ਪੰਜਾਬ ਦੇ ਵਿੱਚ ਆ ਰਹੇ ਤੇ ਉਸ ਨਾਲ ਪੰਜਾਬ ਨੂੰ ਖਤਮ ਕੀਤੇ ਜਾਣ ਦੀ ਸਾਜ਼ਿਸ਼ ਆ। ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਪੰਜਾਬ 'ਚ ਜਿਹੜੇ ਹੜ੍ਹ ਆਏ ਨੇ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਆਏ ਨੇ। ਸੋ ਬਹੁਤ ਕੁਝ ਕੱਲ੍ਹ ਦੇ ਉਸ ਪ੍ਰਸਤਾਵ ਦੇ ਵਿੱਚ ਹੋਇਆ। ਬਾਕੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜਾਂ ਅਸੀਂ ਜਿਹੜੀ ਗੱਲ ਕਰਨਾ ਚਾਹੁੰਦੇ ਮੈਂ ਇਸ ਗੱਲ ਦਾ ਹਾਮੀ ਹਾਂ ਕਿ ਜੇਕਰ ਨਿਯਮ ਜਿਹੜੇ ਨੇ ਸਾਰੇ ਰਾਜਾਂ ਵਾਸਤੇ ਇੱਕ ਹੋਣੇ ਚਾਹੀਦੇ, ਜੇਕਰ ਅਸੀਂ ਹਮੇਸ਼ਾ ਭਾਰਤ ਨੂੰ
ਡਿਫਾਈਨ ਕਰ ਲਾਂਗੇ ਇਹ ਗੱਲ ਕਹਿੰਦੇ ਆ, ਇੰਡੀਆ ਨੂੰ ਡਿਫਾਈਨ ਕਰਨ ਵਾਸਤੇ ਅਸੀਂ ਇਹ ਗੱਲ ਆਖਦੇ ਆ ਕਿ ਭਾਰਤ ਸੰਘੀ ਰਾਜਾਂ ਦਾ ਸਮੂਹ ਆ, ਤਾਂ ਫਿਰ ਸੰਘੀ ਰਾਜਾਂ ਦੇ ਵਿੱਚ ਜਿਹੜਾ ਇੱਕ ਨਿਯਮ JNK ਤੇ ਲਾਗੂ ਆ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ, ਉਹ ਮਹਾਰਾਸ਼ਟਰ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ, ਉਹ ਬਾਕੀ ਪਾਸੇ ਵੀ ਲਾਗੂ ਹੋਣਾ ਚਾਹੀਦਾ। ਇਸ ਤਰ੍ਹਾਂ ਨਾ ਹੋਵੇ ਕਿ ਕੁਝ ਰਾਜਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਤੁਸੀਂ ਉਸ ਤਰੀਕੇ ਨਾਲ ਦਿੱਤਾ ਹੋਵੇ। ਹਾਲਾਂਕਿ ਇਹ ਜਿਹੜੇ ਅਧਿਕਾਰ ਨੇ ਅਸੀਂ ਕਦੀ ਉਸ ਪਾਸੇ ਗਏ ਨਹੀਂ, ਮਣੀਪੁਰ ਜਾਂ ਦੂਜੇ ਪਾਸੇ ਵੀ ਅਜਿਹੇ ਅਧਿਕਾਰ ਨੇ, ਉੱਥੇ ਵੀ ਬਾਹਰ ਦਾ ਵਿਅਕਤੀ ਜਾ ਕੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ, ਕਿਉਂਕਿ ਹਿਮਾਚਲ ਸਾਡੇ ਲਾਗੇ ਪੈਂਦਾ। ਲੋਕਾਂ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੇ ਉਸ ਪਾਸੇ ਦੇ ਮਣੀਪੁਰ ਤ੍ਰਿਪੁਰਾ ਜਿਹੜੇ ਹੈਗੇ ਨੇ ਉੱਥੇ ਵੀ ਇਹ ਸੰਵਿਧਾਨ ਇਹੋ ਜਿਹੇ ਨਿਯਮ ਲਾਗੂ ਨੇ ਕਿ ਉੱਥੋਂ ਦੇ ਬਾਹਰੀ ਵਿਅਕਤੀ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਜਾਂ ਨੌਕਰੀ ਨਹੀਂ ਕਰ ਸਕਦੇ, ਸਵਾਏ IPS ਅਧਿਕਾਰੀਆਂ ਤੋਂ ਉਹ ਨੌਕਰੀ ਕਰ ਸਕਦੇ ਆ। ਤਾਂ ਜੇ ਅਜਿਹੀ ਸਥਿਤੀ ਦੇ ਵਿੱਚ ਮੈਂ ਤਾਂ ਇਹੋ ਗੱਲ ਕਹਾਂਗਾ ਕਿ ਜੇਕਰ ਚੰਗੀ ਰਾਜਾਂ ਦੇ ਸਮੂਹ ਜੋ ਡਿਫਾਈਨ ਭਾਰਤ ਨੂੰ ਕਰਦੇ ਆ ਤਾਂ ਫਿਰ ਸਾਰੇ ਰਾਜਾਂ ਦੇ ਵਿੱਚ ਇੱਕ ਹੀ ਨਿਯਮ ਹੋਣਾ ਚਾਹੀਦਾ। ਜਿਸ ਤਰੀਕੇ ਨਾਲ ਹੁਣ ਇਸ ਵੇਲੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਜਿਹੜੀ ਚੱਲ ਰਹੀ ਹੈ, ਤਾਂ ਫਿਰ ਜੇਕਰ ਇਹੋ ਹੀ ਨਿਯਮ ਹੋਣਾ ਤਾਂ ਫਿਰ ਸਾਰੇ ਰਾਜਾਂ ਦੇ ਵਿੱਚ ਇਹੋ ਹੀ ਨਿਯਮ ਹੋਣਾ ਚਾਹੀਦਾ ਕਿ ਜਿੱਥੇ ਕੋਈ ਮਰਜ਼ੀ ਚਾਹੇ ਜਾਇਦਾਦ ਖਰੀਦੇ, ਜਿੱਥੇ ਚਾਹੇ ਕੋਈ ਨੌਕਰੀ ਕਰੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਕੁਝ ਖੇਤਰਾਂ ਨੂੰ ਇਹ ਗੱਲ ਹੋਵੇ, ਦੂਜੇ ਪਾਸਿਆਂ ਨੂੰ ਇਹ ਅਧਿਕਾਰ ਨਾ ਮਿਲਣ। ਸੋ ਅਜਿਹੀ ਸਥਿਤੀ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਤਾਂ ਚਲੋ ਪੰਜਾਬ ਦੇ ਪ੍ਰਤੀ ਉਹਨਾਂ ਦਾ ਪਿਆਰ ਨੂੰ ਦਰਸਾਉਂਦਾ ਹੈ। ਸੁਖਪਾਲ ਖਹਿਰੇ ਨੇ ਵੀ ਇਹੋ ਜਿਹੇ ਬਿਆਨ ਜਿਹੜੇ ਬੀਤੇ ਸਮੇਂ 'ਚ ਦਿੱਤੇ ਨੇ, ਪਰ ਮੈਨੂੰ ਜਿੱਥੋਂ ਤੱਕ ਮੈਂ ਇਸ ਗੱਲ ਦਾ ਮਦਈ ਹਾਂ ਕਿ ਹਾਂ ਨਿਯਮ ਜਿਹੜੇ ਨੇ ਉਹ ਸਾਰੇ ਦੇਸ਼ ਵਾਸਤੇ ਇੱਕ ਹੀ ਹੋਣੇ ਚਾਹੀਦੇ ਨੇ, ਨਾ ਕਿ ਅਲੱਗ-ਅਲੱਗ। ਪਰ ਸਰ ਲੱਗਦਾ CM ਸਾਹਿਬ ਦੀ ਸੋਚ ਤੁਹਾਡੇ ਤੋਂ ਅਲੱਗ ਆ, ਕਿਉਂਕਿ ਉਹ ਕਹਿੰਦੇ ਨੇ ਵੀ ਜਿਹੜੇ ਦੂਜੇ ਸੂਬਿਆਂ ਦੇ ਲੋਕ ਸਾਡੇ ਆ ਕੇ ਇੱਥੇ ਨੌਕਰੀ ਕਰਦੇ ਨੇ ਉਹ ਵੀ ਸਾਡੇ ਭਾਈ ਨੇ। ਇਹ CM ਸਾਹਿਬ ਅਕਸਰ ਕਹਿੰਦੇ ਨਜ਼ਰ ਆਉਂਦੇ ਨੇ। ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਸ਼ਰਤਾਂ ਨੇ ਸ਼ਰਤਾਂ ਪੂਰੀਆਂ ਕਰਕੇ ਇੱਥੇ ਆਉਂਦੇ ਨੇ। ਉਹ ਗੱਲ ਜੁਦਾ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਸ਼ਾਇਦ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਸਿਲੈਕਟ ਹੀ ਨਹੀਂ ਹੁੰਦੇ। ਹਾਂ, ਦੂਸਰੇ ਸੂਬਿਆਂ ਦੇ ਲੋਕ ਸਾਡੇ ਜ਼ਰੂਰ ਆ ਕੇ ਨੌਕਰੀਆਂ ਵਾਸਤੇ ਸਿਲੈਕਸ਼ਨਾਂ ਪ੍ਰਾਪਤ ਕਰ ਲੈਂਦੇ ਨੇ। ਇਹਦੇ ਪਿੱਛੇ ਹੈ ਕਿ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਅਣਖੀ ਸਰ, ਤੁਸੀਂ ਗੱਲਬਾਤ ਕਰ ਲਈ, ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ, ਜਾਂਦੇ ਜਾਂਦੇ ਇੱਕ ਗੱਲ ਜਿਹੜੀ ਸ਼ਾਇਦ ਉਹ ਰਹਿ ਗਈ ਹੈ, ਉਹ ਜ਼ਰੂਰ ਕਰ ਲੈਣੀ ਚਾਹੀਦੀ ਸੀ। ਇੱਕ ਬੜੀ ਦੁਖਦਾਈ ਖਬਰ ਜਿਹੜੀ ਹੈ ਉਹ ਮਿਲੀ ਆ ਕਿ ਜੰਮੂ ਕਸ਼ਮੀਰ ਵਿੱਚ ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲਾ ਕਰਨਲ ਮਨਪ੍ਰੀਤ ਸਿੰਘ ਜਿਹੜੇ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਉਹ ਸ਼ਹੀਦ ਹੋ ਗਏ ਨੇ, ਜਿਨ੍ਹਾਂ ਦੀ ਨਿਯੁਕਤੀ 2003 'ਚ ਹੋਈ ਸੀ। ਉੱਥੇ ਇੱਕ ਮੇਜਰ ਵੀ ਸ਼ਹੀਦ ਹੋਇਆ, ਇੱਕ DSP ਵੀ ਸ਼ਹੀਦ ਹੋਇਆ, ਹਮਾਦੂ ਭੱਟ। ਜੇਕਰ ਉਹਨਾਂ ਦਾ ਮੇਜਰ ਜਿਹੜਾ ਸੀ ਉਹ ਤਾਂ ਨਾਮ ਮੈਨੂੰ ਯਾਦ ਨਹੀਂ ਹੈ, ਪਰ DSP ਵੀ ਹੋਇਆ। ਇਹ ਖਬਰ ਮੈਂ ਤਾਂ ਸਾਂਝੀ ਆਪਣੇ ਦਰਸ਼ਕਾਂ ਨਾਲ ਕੀਤੀ ਹੈ ਕਿਉਂਕਿ ਸ਼ਹੀਦ ਮਨਪ੍ਰੀਤ ਸਿੰਘ ਜਿਹੜੇ ਨੇ ਉਹ ਮੋਹਾਲੀ ਦੇ ਰਹਿਣ ਵਾਲੇ ਨੇ ਤੇ ਸਾਰਾ ਪਰਿਵਾਰ ਉਹਨਾਂ ਦਾ ਫੌਜ ਦੇ ਵਿੱਚ ਭਰਤੀ ਰਿਹਾ, ਸੇਵਾ ਮੁਕਤ ਹੋਇਆ। ਅਜਿਹੇ ਮੌਕੇ ਤੇ ਮੈਂ ਸ਼ਹੀਦ ਮਨਪ੍ਰੀਤ ਸਿੰਘ ਦੇ ਨੂੰ ਸ਼ਰਧਾਂਜਲੀ ਭੇਟ ਕਰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਪਿੱਛੇ ਪਰਿਵਾਰ ਹੈ ਦੋ, ਇੱਕ ਬੇਟਾ ਔਰ ਬੇਟੀ ਔਰ ਪਤਨੀ, ਉਹਨਾਂ ਨੂੰ ਪਰਮਾਤਮਾ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਮੈਂ ਆਪਣੇ ਵੱਲੋਂ, ਆਪਣੇ ਅਦਾਰੇ ਵੱਲੋਂ, ਲੋਕਨਾਥ ਵੱਲੋਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਾ। ਬਹੁਤ ਬਹੁਤ ਧੰਨਵਾਦ ਮਾਨ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।